गुरुद्वारा दर्शन के दौरान दिव्य रणभूमि टीम आज पहुंची है। लुधियाना के मॉडल टाउन एक्सटेंशन स्थित श्रद्धा व आस्था के प्रतीक गुरुद्वारा शहीद बाबा दीप सिंह जी। आओ आज आपको इस गुरुद्वारा साहिब के दर्शन दीदार करवाएं। संगत की मान्यता है कि इस पवित्र स्थल पर नाम सिमरन करने से मात्र हर मनोकामना पूर्ण होती है। सुखमनी साहिब का पाठ करने से सांसारिक जीवन में सुखों की प्राप्ति होती है। पावन पवित्र निशान साहिब की परिक्रमा करने से मन को शांति मिलती है। पिछले कई वर्षों से हर बुधवार को गुरुद्वारा साहिब के दीवान हाल में श्री गुरु ग्रंथ साहिब जी की हजूरी में आयोजित में चौपहरा में संगत जपुजी साहिब, श्री सुखमनी साहिब और चौपई साहिब के पाठ करके सुख समृद्धियां प्राप्त करती है। हर संक्रांत के पवित्र दिन इलाही बानी का कीर्तन होता है। आओ अब बातें छोड़ गुरुद्वारा साहिब में साक्षात विराजमान श्री गुरु ग्रंथ साहिब जी के पावन स्वरूप के दर्शन करते हैं। वाहिगुरु 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 वाहिगुरु। गुरुद्वारा साहिब में 24 घंटे शुद्ध देसी घी से प्रज्वलित जोत भी संगत के लिए आस्था का विशेष केंद्र है। मान्यता है कि शहीद बाबा दीप सिंह जी के नाम की इस जोत का घी शरीर पर लगाने से जख्मों सहित अन्य रोगों से छुटकारा मिलता है। वाहिगुरु 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 वाहिगुरु। गुरुद्वारा साहिब के दूसरी मंजिल पर स्थापित श्री सचखंड साहिब का अलग ही महत्व है। सचखंड में दिन रात आखड़ पाठ का आनंद संगत उठाती है। वाहिगुरु 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 वाहिगुरु।
ਵਾਹਿਗੁਰੂ 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 गुरुद्वारा साहिब के ठीक सामने निर्माण अधीन विशाल का एयर कंडीशनर हाल की तरफ कदम बढ़ाते हुए आपको गुरुद्वारा प्रबंधक कमेटी की तरफ से की गई लंगर निर्माण व वितरण की व्यवस्था से अवगत करवाते हैं, जहां संगत पंगत में बैठ लंगर ग्रहण करती है। वाहिगुरु 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 वाहिगुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸਾਹਿਬ ਮਾਡਲ ਟਾਊਨ ਐਕਸਟੈਂਸ਼ਨ ਤੋਂ ਹੈੱਡ ਗ੍ਰੰਥੀ ਦੀ ਸੇਵਾ ਕਰ ਰਿਹਾ ਹਾਂ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਅਸਥਾਨ ਤੇ ਅੰਮ੍ਰਿਤ ਵੇਲੇ 4 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਹਨ। ਉਸ ਤੋਂ ਉਪਰੰਤ 6 ਵਜੇ ਨਿਤਨੇਮ ਦੀ ਅਰਦਾਸ, ਹੁਕਮਨਾਮਾ ਸਾਹਿਬ ਔਰ ਗੁਰੂ का दरबार 24 घंटे खुला रहता है। और बुधवार ਨੂੰ जप तप चुपहरा समागम होंदे ਹਨ। शनिवार ਨੂੰ कीर्तन दरबार समागम कराया जाता है। संगतां इस अस्थान ते अथाह शरधा रखदियां ਹਨ और संगतां ਦੀਆਂ ਕੀਤੀਆਂ ਹੋਈਆਂ ਅਰਦਾਸਾਂ ਸੰਪੂਰਨ ਹੁੰਦੀਆਂ ਹਨ। ਇਸ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਬਹੁਤ ਹੀ ਸ਼ਰਧਾ ਹੈ ਸੰਗਤਾਂ ਦੀ। इस स्थान पे कार सेवा चल रही है और अमृत वेले दे दीवान, शाम दे दीवान, सोदार रहरास साहब जी दे जाप, उस तो उपरंत अरदास और 8 बजे सुखंद साहब की सेवा की जाती है। और इस स्थान पे गुरु का लंगर सवेरे शाम दोवें टाइम चलता है। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਅਸਥਾਨ 1993 ਦੇ ਵਿੱਚ ਸ਼ੁਰੂ ਹੋਇਆ ਸੀ। ਉਸ ਤੋਂ ਬਾਅਦ ਇਹ ਬੜੀਆਂ ਬੁਲੰਦੀਆਂ ਚੱਲ ਰਿਹਾ ਹੈ। ਇਸ ਅਸਥਾਨ ਤੇ 1000 ਬੰਦਿਆਂ ਦਾ 1000 ਸੰਗਤ ਦਾ ਰੋਜ਼ ਲੰਗਰ ਪੱਕਦਾ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਅਤੇ 24 ਘੰਟੇ ਚਾਹ ਦਾ ਲੰਗਰ ਚੱਲਦਾ ਹੈ। ਤੇ ਗੁਰਦੁਆਰੇ ਸਾਹਿਬ ਦੀ ਬਿਲਡਿੰਗ ਹੋ ਰਹੀ ਹੈ, ਇੱਧਰੋਂ ਲੰਗਰ ਹਾਲ ਬਣ ਰਿਹਾ ਹੈ, ਉੱਧਰੋਂ ਇੱਕ ਮੈਡੀਕਲ ਬਣ ਰਿਹਾ ਜਿਹਦੇ ਵਿੱਚ ਡੈਂਟਲ, ਅੱਖਾਂ ਦਾ, ਦੰਦਾਂ ਦਾ ਇਲਾਜ ਵਾਸਤੇ ਤੇ ਦਵਾਈਆਂ ਵਾਸਤੇ ਭਾਅ ਤੋਂ ਭਾਅ ਉਹ 2-4 ਮਹੀਨਿਆਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਇੱਥੇ ਸੰਗਤਾਂ ਦਾ ਬਹੁਤ ਜ਼ਿਆਦਾ ਜੋ ਮੰਗਦੇ ਹੈ ਉਹੀ ਮਿਲਦਾ ਹੈ। ਬਾਹਰੋਂ ਵੀ ਸੰਗਤਾਂ ਆ ਕੇ ਇੱਥੇ ਨਮਸਕਾਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਥੋਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦਾ ਐਜ਼ ਏ ਟਰਸਟੀ ਹੁਣ ਦੱਸ ਰਿਹਾ ਵੀ ਇਹ ਜਿਹੜਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ, ਇਹ 1993 ਦੇ ਵਿੱਚ ਪਹੁੰਚਾ ਹੈ। ਬਾਬਾ ਦੀਪ ਸਿੰਘ ਦੀ ਤਸਵੀਰ ਜਿਹੜੀ ਇੱਥੇ ਚੌਂਕ ਦੇ ਵਿੱਚ ਕਿਸੇ ਨੇ ਸਥਾਪਿਤ ਕੀਤੀ, ਉਸ ਤੋਂ ਬਾਅਦ ਜੋਤ ਦੀ ਸਥਾਪਨਾ ਹੋਈ। ਸੋ ਕਰਦੇ ਕਰਦੇ ਗੁਰਦੁਆਰਾ ਸਾਹਿਬ ਅੱਜ ਸ਼ਹਿਰ ਦਾ ਕੇਂਦਰੀ ਸਥਾਨ ਬਣ ਚੁੱਕਿਆ ਔਰ ਜਿੱਥੇ ਸੰਗਤਾਂ ਦੀ ਬਹੁਤ ਹੀ ਭਾਰੀ ਸ਼ਰਧਾ ਸਾਰਾ ਦਿਨ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਰਹਿਰਾਸ ਤੱਕ ਸੰਗਤਾਂ ਨਿਰੰਤਰ ਹੁਮ ਕੇ ਇੱਥੇ ਪੁੱਜਦੀਆਂ ਨੇ। ਔਰ ਮੈਂ ਸਮਝਦਾ ਵੀ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਜਿਹੜੀਆਂ ਅਰਦਾਸਾਂ, ਜੋਦੜੀਆਂ, ਬੇਨਤੀਆਂ ਸੰਗਤਾਂ ਕਰਦੀਆਂ, ਔਰ ਮੈਨੂੰ ਰਬਾਬ ਹੈ ਕਿ ਉਹ ਅਰਦਾਸਾਂ ਅੱਜ ਪੂਰੀਆਂ ਵੀ ਹੋ ਰਹੀਆਂ। ਜਿਸ ਤਰ੍ਹਾਂ ਸੰਗਤਾਂ ਦੀ ਇਸ ਸਥਾਨ ਪ੍ਰਤੀ ਅਥਾਹ ਸ਼ਰਧਾ, ਜਿਵੇਂ ਦੱਸਿਆ ਭਾਈ ਸਾਹਿਬ ਨੇ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਪਾਠ ਹੁੰਦੇ ਆ। ਬੁੱਧਵਾਰ ਨੂੰ ਚੁਪਹਿਰਾ ਹੁੰਦਾ ਔਰ ਬੀਬੀਆਂ ਦਾ ਚੁਪਹਿਰਾ ਬਹੁਤ ਹੀ ਵੱਡੀ ਗਿਣਤੀ ਵਿੱਚ ਸਾਰੇ ਸ਼ਹਿਰ ਤੋਂ ਬੀਬੀਆਂ ਆਉਂਦੀਆਂ ਬੁੱਧਵਾਰ ਨੂੰ। ਔਰ 12 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਚੁਪਹਿਰਾ ਚੱਲਦਾ। ਸੋ ਉਪਰੰਤ ਲੰਗਰ ਵੀ ਚੱਲਦੇ ਆ। ਸ਼ਨੀਵਾਰ ਨੂੰ ਦੀਵਾਨ ਸਜਦੇ ਆ। ਬਾਕੀ ਜਿਹੜੇ ਵੀ ਸਮਾਗਮ ਇਤਿਹਾਸ ਦੇ ਤੌਰ ਤੇ ਜਿੰਨੇ ਗੁਰਪੁਰਬ ਹੈ ਜਾਂ ਜਿੰਨੀਆਂ ਵੀ ਸੰਗਰਾਂਦ ਜੋ
ਉਹ ਸਾਰੇ ਸਮਾਗਮ ਇੱਥੇ ਨਿਰੰਤਰ ਕੀਤੇ ਜਾਂਦੇ ਆ। ਔਰ 3 ਟਾਈਮ ਦਾ ਲੰਗਰ ਹੈ, ਅੰਮ੍ਰਿਤ ਵੇਲੇ 7 ਤੋਂ 8 ਵਜੇ, ਦੁਪਹਿਰੇ 1 ਵਜੇ ਤੋਂ ਲੈ ਕੇ 3 ਵਜੇ ਤੱਕ, ਔਰ ਸ਼ਾਮ ਨੂੰ 6 ਵਜੇ ਤੋਂ ਲੈ ਕੇ 7 ਵਜੇ ਤੱਕ। ਬੇਸ਼ੱਕ ਕੋਵਿਡ ਦੀ ਬਹੁਤ ਭਾਰੀ ਜ਼ੋਰ ਸੀ, ਮਹਾਮਾਰੀ ਦਾ ਬੜਾ ਸੀਗਾ ਸ਼ਹਿਰ ਦੇ ਵਿੱਚ ਡਰ ਦਾ ਮਾਹੌਲ, ਪਰ ਜਿਹੜੇ ਲੰਗਰ ਹੈ ਬਾਬਾ ਦੀਪ ਸਿੰਘ ਵਿਖੇ ਉਹ ਨਿਰੰਤਰ ਜਾਰੀ ਰਹੇ। ਕੋਵਿਡ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਲੰਗਰ ਸਾਰੇ ਸ਼ਹਿਰ ਦੇ ਵਿੱਚ ਵਰਤਾਇਆ ਜਾਂਦਾ ਸੀ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਇੱਕ ਚੈਨਲ ਤੇ ਜਿਹੜੀ ਡਾਕੂਮੈਂਟਰੀ ਫਿਲਮ ਬਣਾਈ ਜਾ ਰਹੀ ਹੈ, ਇਸ ਗੱਲ ਦੀ ਪ੍ਰਸੰਨਤਾ ਹੈ ਕਿ ਉਹ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਤੇ ਜਿਹੜਾ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਚੌਂਕ ਵਿੱਚ ਚੱਲ ਰਿਹਾ, ਉਸ ਬਾਰੇ ਕੁਝ ਜਾਣਕਾਰੀ ਲੈਣ ਵਾਸਤੇ ਆਏ ਨੇ। ਸੋ ਮੈਂ ਬੇਨਤੀ ਕਰਦਾ ਕਿ ਇਹਦੀ ਸ਼ੁਰੂਆਤ ਇਹਦੇ ਵਿੱਚ ਆਉਣ ਵਾਲੇ ਕੱਲ੍ਹ ਵਿੱਚ ਕੀ ਕਰਨ ਜਾ ਰਹੇ ਹਾਂ, ਕੀ ਕਰ ਰਹੇ ਹਾਂ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ। ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਸਥਾਨ ਹੈ, ਕੌਮ ਦੇ ਮਹਾਨ ਯੋਧੇ ਕਥਨੀ ਅਤੇ ਕਰਨੀ ਦੇ ਪੂਰੇ ਸ਼ਹੀਦ ਬਾਬਾ ਦੀਪ ਸਿੰਘ ਦੇ ਨਾਮ ਤੇ ਰੱਖਿਆ ਗਿਆ, ਕਿਉਂਕਿ ਇੱਥੇ ਗੁਰੂ ਘਰ ਦੀ ਮਰਿਆਦਾ ਅਨੁਸਾਰ, ਪਰੰਪਰਾ ਅਨੁਸਾਰ ਜੋ ਪ੍ਰਥਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਰੰਭ ਕੀਤੀ ਸੀ, 20 ਰੁਪਏ ਦਾ ਜੋ FD ਕਰਕੇ, ਉਸ ਦੇ ਨਾਲ ਜੋ 10ਵੇਂ ਪਾਤਸ਼ਾਹ ਨੇ ਭਾਈ ਕਨਈਆ ਜੀ ਨੇ ਜਿਹੜੇ ਜੰਗਜੂ ਵਿੱਚ ਦੁਸ਼ਮਣਾਂ ਦੀਆਂ ਫੌਜਾਂ ਲਾਚਾਰ ਹੋ ਜਾਂਦੀਆਂ ਸੀ, ਉਹਨਾਂ ਨੂੰ ਜਲਦੀ ਸੇਵਾ ਆਰੰਭ ਕੀਤੀ। ਉਸੇ ਹੀ ਮਿਸ਼ਨ ਨੂੰ ਲੈ ਕੇ ਜਿਹੜੀ ਇੱਥੇ ਛਬੀਲ ਸੀ, ਉਸ ਤੋਂ ਬਾਅਦ ਆਹਿਸਤਾ ਆਹਿਸਤਾ ਛੋਟੇ ਜਿਹੇ ਅਸਥਾਨ ਤੋਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਇਸ ਅਸਥਾਨ ਤੇ ਆਪਣੀ ਸ਼ਰਧਾ ਸਤਿਕਾਰ ਲੈ ਕੇ ਆਉਂਦੀਆਂ ਸੀ। ਉਸ ਸ਼ਰਧਾ ਸਤਿਕਾਰ ਨੂੰ ਜਦੋਂ ਬੂੜ ਲੱਗਣਾ ਸ਼ੁਰੂ ਹੋਇਆ, ਅੱਜ ਹੋਰ, ਕੱਲ ਹੋਰ ਅਤੇ ਬੀਤੇ ਦਿਨ ਹੋਰ ਸੰਗਤਾਂ, ਜਿੱਥੇ ਇੱਥੇ ਸ਼ਹਿਰ ਦੇ ਆਸ-ਪਾਸ ਦੀਆਂ ਸੰਗਤਾਂ ਆਉਂਦੀਆਂ ਸੀ, ਉੱਥੇ ਸ਼ਹਿਰ ਤੋਂ ਬਾਅਦ ਉਸ ਦਿਨ ਤੋਂ ਲੈ ਕੇ ਅੱਜ ਤੱਕ ਵੀ ਜਦੋਂ ਸਵੇਰੇ ਅੰਮ੍ਰਿਤ ਵੇਲੇ ਦੇਖੀਦਾ, ਮੇਰੇ ਖਿਆਲ ਕੋਈ ਵੀ ਅਸਥਾਨ ਐਸਾ ਨਹੀਂ ਜਿੱਥੇ ਜ਼ਿਲ੍ਹੇ ਤੋਂ ਬਾਹਰ ਦੀਆਂ ਸੰਗਤਾਂ ਮਿਤਾ ਪ੍ਰਤੀ ਨਿਰੰਤਰ ਆ ਕੇ ਮਸਤਕ ਝੁਕਾ ਕੇ ਕੋਈ 11 ਦਿਨਾਂ ਦੀ ਅਰਦਾਸ ਕਰਕੇ ਆਉਂਦਾ, ਕੋਈ 21 ਦਿਨਾਂ ਦੀ ਕਰਕੇ ਆਉਂਦਾ, ਕੋਈ 41 ਦਿਨਾਂ ਦੀ ਕਰਕੇ ਆਉਂਦਾ। ਜਦੋਂ ਜਦੋਂ ਉਹਦੀ ਝੋਲੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਦੀਆਂ ਝੋਲੀਆਂ ਭਰਪੂਰ ਕਰ ਦਿੰਦੇ ਨੇ, ਤਾਂ ਆਈ ਹੋਈ ਜਿਹੜੀ ਉਹ ਸੰਗਤ ਹੈ ਆਪਣੀ ਸ਼ਰਧਾ ਅਨੁਸਾਰ ਇਸ ਅਸਥਾਨ ਤੇ, ਜਿੱਥੇ ਮਾਇਆ ਰਾਹੀਂ ਮਸਤਕ ਝੁਕਾ ਕੇ ਉਸ ਮਰਦੇ ਮੁਜਾਹਿਦ ਧੰਨ ਧੰਨ ਬਾਬਾ ਦੀਪ ਸਿੰਘ, ਜੋ ਉਸਨੇ ਪ੍ਰਣ ਕੀਤਾ ਸੀ, ਜੋ ਆਪਣਾ ਸੀਸ ਬਲੀਦਾਨ ਚਾਹੇ ਰਸਤੇ ਵਿੱਚ ਹੋ ਗਿਆ, ਪਰ ਜਦੋਂ ਸਿੰਘਾਂ ਨੇ ਉਹਨਾਂ ਨੂੰ ਗੋਲੀ ਮਾਰੀ ਤਾਂ ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਜੰਗਜੂ ਵਿੱਚ ਲੜਾਈ ਕਰਦਿਆਂ ਹੋਇਆਂ ਆ ਕੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਆਪਣਾ ਸੀਸ ਭੇਟ ਕੀਤਾ। ਉਸੇ ਹੀ ਸ਼ਰਧਾ ਸਤਿਕਾਰ ਨੂੰ ਲੈ ਕੇ ਅੱਜ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ। ਦੇਸ਼ ਤੋਂ ਬਾਹਰ ਦੀਆਂ ਸੰਗਤਾਂ ਵੀ ਅਰਦਾਸ ਬੇਨਤੀ ਇੱਥੇ ਕਰਦੀਆਂ ਨੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।